अच्छा शहनाज काम कर रही है दिलजीत दोसांझ ने प्रोड्यूस की ओके उन्हें किया मैं कुछ भी हैंडल कर सकती हाँ एंड किसी भी चीज़ नू अपना बना सकती हाँ मेरे च एक टैलेंट है शायद कदे कदे ਮੈਨੂੰ ਲੱਗਦਾ ਸੀ ਇਹ ਇੰਨਾ ਖਰਚਾ ਵੀ ਕਰ ਰਹੇ ਆ शिंदे तो बेटर और कोई नहीं सी कर सकता शी इज फिटनेस फ्रीक आ खांदी कुछ नहीं ਸ਼ਨਾਜ਼ ਬਹੁਤ ਘੱਟ ਖਾਂਦੀ खांदी ही ਹੈ। नहीं ਹਾਂ मैं ਬਹੁਤ नहीं ਘੱਟ खाता देखा ਖਾਂਦੀ ना ਸਾਰਿਆਂ ਸਾਹਮਣੇ ਖਾ ਨਹੀਂ ਸਕਦੀ ਸਾਰਿਆਂ ਸਾਹਮਣੇ ਖਾ ਨਹੀਂ ਸਕਦੀ ਹੈ। he thinks ਕਿ ਇਹ ਸੀਕ੍ਰੇਟ ਰਹੇ ਯੂ نو ਔਰ ਕਿਸੇ ਨੂੰ ਪਤਾ ਨਾ ਲੱਗੇ ਕੁੜੀਆਂ ਤੋਂ ਕੋਈ ਜਿੱਤ ਸਕਦਾ ਮੈਂ ਹਾਰ ਗਿਆ ਅਸੀਂ ਉਹਦੀ ਉਮਰ ਦੇ ਸੀਗੇ ਤਾਂ ਨਲੀ ਪੁੰਝਣੀ ਨਹੀਂ ਸੀ ਆਉਂਦੀ ਹੈ ਨਾ ਸ਼ਿੰਦਾ ਗਿੱਪੀ ਨਾਲੋਂ 2 ਰਤੀ ਉੱਤੇ ਦੀ ਹੋਈ ਹੈ ਗਰਲਫ੍ਰੈਂਡਸ ਨੂੰ ਮੈਂ ਬਹੁਤਾ ਸਾਂਭਿਆ ਨਹੀਂ ਕਦੇ ਮਾਂ ਤਾਂ ਮਾਂ ਆ ਉਹ ਬੱਚਾ ਰੋਂਦਾ ਦੇਖ ਕੇ ਚਾਹੇ ਤੁਹਾਡਾ ਸ਼ਾਟ ਜੋ ਮਰਜ਼ੀ ਹੈ ਦੈਨ ਜੇ ਕੋਈ ਬੱਚਾ ਰੋਂਦਾ ਸੀ ਤਾਂ ਸ਼ਹਿਨਾਜ਼ ਸੀ ਸਾਡੇ ਕੋਲ ਉਹਨੂੰ ਚੁੱਪ ਕਰਾਉਣ ਦੇ ਲਈ ਇਹ ਤਾਂ ਬੈਟ ਲਾ ਕੇ ਵੀ ਕੋਈ ਬੱਚਾ ਰੋ ਰਿਹਾ ਬੈਟ ਲਾਓ ਪੈਸੇ ਦਿਓ ਹੁਣ ਇਹ ਰਾइट नाउ चुप होएगा पहले मैं बहुत सोचता था फिर फ्रॉम लास्ट ईयर मैंने सोचना बंद कर दिया सत श्री अकाल जी मैं हाँ दिलजीत दोसांझ ਸਤਿ ਸ਼੍ਰੀ ਅਕਾਲ ਮੈਂ ਹਾਂ ਸੋਨਮ ਬਾਜਵਾ ਸਤਿ ਸ਼੍ਰੀ ਅਕਾਲ ਜੀ मैं शहनाज गिल तुसी देख रहे हो विजन पंजाब टीवी कनाडा दिलजीत एज अ प्रोड्यूसर डेब्यू किया आपने फिल्म की कौन सी चीज़ ने आपको हौसला दिया फिल्म प्रोड्यूस करने के लिए ਮੈਨੂੰ ਲੱਗਦਾ ਜਿੰਨਾ ਕੰਮ ਮੈਂ ਜੱਟ ਐਂਡ ਜੂਲੀਅਟ 1 ਚ ਕੀਤਾ ਸੀ ਉਹਨਾਂ ਕੇ 'ਚ ਕੀਤਾ ਉਹਦੇ 'ਚ ਮੈਂ ਨਾਂ ਨਹੀਂ ਲਿਖਾਇਆ ਪ੍ਰੋਡਿਊਸਰ ਦਾ ਇਹ ਨਹੀਂ ਦਿਲਜੀਤ ਥਿੰਦ ਭਾਈ ਉਹਨਾਂ ਨੇ ਪ੍ਰੋਡਿਊਸ ਕੀਤੀ ਹੈ ਤੇ ਪਰ ਜਿੰਨਾ ਕੰਮ ਐਜ਼ ਐਨ ਆਰਟਿਸਟ ਮੈਂ ਮੈਨੂੰ ਲੱਗਦਾ ਹਰ ਇੱਕ ਫਿਲਮ 'ਚ ਹੀ ਕੀਤਾ ਹੈ ਥੋੜਾ ਨਾਂ ਲਿਖਾਉਣ ਲਈ ਮੈਂ ਲੇਟ ਹੋ ਗਿਆ ਪਰ ਇੰਨਾ ਕੰਮ ਮੈਂ ਹਰੇਕ ਫਿਲਮ 'ਚ ਹੀ ਕੀਤਾ ਸਟੋਰੀ ਦੈਨ ਗਾਣੇ ਕਰਨੇ ਇਹ ਮੇਰੀ ਹਰੇਕ ਫਿਲਮ ਦਾ ਇਹੀ ਪ੍ਰੋਸੈਸ ਹੁੰਦਾ ਸੀ ਤੇ ਥੈਂਕਸ ਥਿੰਦ ਭਾਜੀ ਉਹਨਾਂ ਨੇ ਜਿਹੜਾ ਨੇ ਮੇਰੇ ਨਾਲ ਇਹ ਟਾਈਟਲ ਸ਼ੇਅਰ ਕੀਤਾ ਬਟ ਅਦਰਵਾਈਜ਼ ਮੈਂ ਇੰਨਾ ਕੁ ਕੰਮ ਹਰ ਫਿਲਮ 'ਚ ਕੀਤਾ ਆ ਜੱਟ ਐਂਡ ਜੂਲੀਅਟ 1 'ਚ ਵੀ 2 'ਚ ਵੀ ਈਵਨ ਸਰਦਾਰ ਜੀ 'ਚ ਵੀ ਹਰ ਇੱਕ ਫਿਲਮ 'ਚ ਈਵਨ ਛੜਾ 'ਚ ਵੀ ਛੜਾ ਟਾਈਟਲ ਅਸੀਂ ਸੋਚਿਆ ਸੀ ਛੜੇ ਦਾ ਆਈਡੀਆ ਸੋਚਿਆ ਸੀ ਔਰ ਜੱਟ ਐਂਡ ਜੂਲੀਅਟ 1 ਦਾ ਵੀ ਆਈਡੀਆ ਪਰ ਠੀਕ ਹੈ ਮੈਂ ਉਸ ਚੀਜ਼ ਦੀ ਮੈਨੂੰ ਕੋਈ ਨਹੀਂ ਜ਼ਿਆਦਾ ਨਹੀਂ ਬਟ ਸਾਰਿਆਂ ਨੇ ਕਿਹਾ ਕਿ ਯਾਰ ਨਹੀਂ ਆਪਾਂ ਨੂੰ ਵੀ ਕਰਨੀ ਫਿਰ ਮੈਂ ਕਿਹਾ ਚਲੋ ਠੀਕ ਆ ਆਪਾਂ ਵੀ ਕਰਦੇ ਕਿ ਮੇਰੇ ਗੋਲਸ ਕੁਝ ਹੋਰ ਆ ਸੌਰੀ ਐਂਡ ਮੈਂ ਲੱਕੀ ਹਾਂ ਕਿ ਮੈਨੂੰ ਜਿਹੜੀ ਮੂਵੀ 'ਚ ਕੰਮ ਕਰਨ ਦਾ ਮੌਕਾ ਮਿਲਾ ਉਹ ਦਿਲਜੀਤ ਥਿੰਦ ਤਾਂ ਓਬਵੀਅਸਲੀ ਹੈਗੇ ਹੀ ਨੇ ਉਹ ਇੱਕ ਮਤਲਬ ਵਧੀਆ ਵਾਈਬ ਦਿੱਤੀ ਉਹਨਾਂ ਨੇ ਐਂਡ ਦਿਲਜੀਤ ਦੋਸਾਂਝ ਵੀ ਉਸ ਚੀਜ਼ ਦੇ ਪ੍ਰੋਡਿਊਸਰ ਨੇ ਐਂਡ ਅੱਛਾ ਸ਼ਹਿਨਾਜ਼ ਕੰਮ ਕਰ ਰਹੀ ਆ ਦਿਲਜੀਤ ਦੋਸਾਂਝ ਨੇ ਪ੍ਰੋਡਿਊਸ ਕੀਤੀ ਆ ਓਕੇ ਉਹਨੇ ਕੀਤਾ ਮੈਨੂੰ ਠੀਕ ਹੈ शहनाज हौसला रख ਦੀ ਲਾਈਫ ਦੇ ਵਿੱਚ ਦਿਲਜੀਤ ਨੂੰ ਬੱਚੇ ਦੀ ਰਿਸਪੌਂਸਿਬਿਲਿਟੀ ਮਿਲਦੀ ਆ ਤੁਹਾਡੀ ਲਾਈਫ ਦੇ ਵਿੱਚ ਕੋਈ ਇਦਾਂ ਦੀ ਰਿਸਪੌਂਸਿਬਿਲਿਟੀ ਜਿਹੜੀ ਤੁਸੀਂ ਨਿਭਾਉਣ ਨੂੰ ਅਵੋਇਡ ਕਰੋਗੇ ਜਾਂ ਜਿਹੜੀ ਤੁਸੀਂ ਨਹੀਂ ਲਾਈਕ ਕਰਦੇ ਬਟ ਫਿਰ ਵੀ ਤੁਹਾਨੂੰ ਨਿਭਾਉਣੀ ਪੈਂਦੀ ਹੈ ਮੈਂ ਇਨਸਾਨ ਦੇ ਅਕੋਰਡਿੰਗਲੀ ਜੇ ਗੱਲ ਕਰੀਏ ਆਪਾਂ ਤੇ ਇਹੋ ਜਿਹੀ ਕੋਈ ਚੀਜ਼ ਨਹੀਂ ਆ ਜਿਹੜੀ ਮਤਲਬ ਮੈਂ ਉਹੀ ਨਾ ਮੇਰੇ 'ਚ ਇੰਨੇ ਕੁ ਜ਼ਿਆਦਾ ਪੇਸ਼ੈਂਸ ਆ ਇਹ ਸਾਰਿਆਂ ਨੂੰ ਪਤਾ ਵਾ ਕਿ ਮੈਂ ਕੁਛ ਵੀ ਹੈਂਡਲ ਕਰ ਸਕਦੀ ਹਾਂ ਐਂਡ ਕਿਸੇ ਵੀ ਚੀਜ਼ ਨੂੰ ਆਪਣਾ ਬਣਾ ਸਕਦੀ ਹਾਂ ਮੇਰੇ 'ਚ ਇੱਕ ਟੈਲੈਂਟ ਆ ਸ਼ਾਇਦ ਕਿਉਂਕਿ ਮੈਂ ਪਿਓਰ ਸੋਲ ਹਾਂ ਦੈਟਸ ਇਟ ਦਿਲਜੀਤ ਫਿਲਮ ਦੇ ਸ਼ੂਟ ਤੋਂ ਬੱਚਾ ਸਾਂਭਣ ਦੀਆਂ ਕਿਹੜੀਆਂ ਟੈਕਨੀਕ ਸਿੱਖ ਲਈਆਂ ਤੁਸੀਂ ਹੌਸਲਾ ਰੱਖੋ ਜੀ ਜੋ ਤੁਸੀਂ ਕੁਝ ਵੀ ਕਰਨਾ ਲਾਈਫ 'ਚ ਨਾ ਜੀ ਹੌਸਲਾ ਰੱਖੋ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਿਚੁਏਸ਼ਨ ਆ ਗਈ ਤਾਂ ਤੁਸੀਂ ਹੌਸਲਾ ਰੱਖੋਗੇ ਤਾਂ ਫਿਰ ਤੁਹਾਨੂੰ ਈਜ਼ੀ ਹੋਊਗਾ ਨਹੀਂ ਤਾਂ ਟਫ ਹੋ ਜਾਊਗਾ ਸੋ ਹੌਸਲਾ ਰੱਖੋ 15 ਤਰੀਕ ਨੂੰ ਆ ਰਹੀ ਥੀਏਟਰ 'ਚ ਹੌਸਲਾ ਰੱਖ ਸੋਨਮ ਦਿਲਜੀਤ ਇਸ ਫਿਲਮ ਦੇ ਪ੍ਰੋਡਿਊਸਰ ਵੀ ਆ ਤੇ ਸੈੱਟ ਤੇ ਇਹਨਾਂ ਨੂੰ ਕਦੇ ਤੁਸੀਂ ਬਜਟ ਦਾ ਹਿਸਾਬ ਕਰਦੇ ਦੇਖੇ ਨਾ ਵਾ ਐਕਚੁਅਲੀ ਇਹ ਚੀਜ਼ ਤਾਂ ਤਾਰੀਫ ਕਰਨ ਵਾਲੀ ਆ ਮੈਂ ਜਿੰਨੀਆਂ ਵੀ ਫਿਲਮਾਂ ਕੀਤੀਆਂ ਆ ਇਹ ਦਿਲਜੀਤ ਦੀ ਪਹਿਲੀ ਓਬਵੀਅਸਲੀ ਐਜ਼ ਅ ਪ੍ਰੋਡਿਊਸਰ ਆ ਔਰ ਮੇਰਾ ਦਿਲਜੀਤ ਥਿੰਦ ਜੀ ਦੇ ਨਾਲ ਵੀ ਪਹਿਲੀ ਵਾਰੀ ਕੰਮ ਆ ਮੈਂ ਇੱਦਾਂ ਦਾ ਟਰੀਟਮੈਂਟ ਪੰਜਾਬੀ ਫਿਲਮ 'ਚ ਨਹੀਂ ਦੇਖਿਆ ਸੋ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕਦੇ ਵੀ ਕਿਸੇ ਚੀਜ਼ ਨੂੰ ਕੈਲਕੂਲੇਟ ਇਨਫੈਕਟ ਕਦੇ ਮੈਨੂੰ ਲੱਗਦਾ ਸੀ ਇਹ ਇੰਨਾ ਖਰਚਾ ਵੀ ਕਰ ਰਹੇ ਆ ਯੂ نو ਬਿਕਾਜ਼ ਸ਼ਾਇਦ ਅਸੀਂ ਪਹਿਲਾਂ ਨਹੀਂ ਦੇਖਿਆ ਕਿਉਂਕਿ ਇੰਨੇ ਵੱਡੇ ਕਰੂ ਨੂੰ ਤੁਸੀਂ ਪਹਿਲਾਂ 14 ਡੇਜ਼ ਕੁਆਰੰਟੀਨ ਰੱਖਣਾ ਉਦੋਂ ਪੰਜਾਬੀ ਫਿਲਮਾਂ ਹਲੇ ਬਾਹਰ ਸ਼ੂਟ ਸ਼ੁਰੂ ਵੀ ਨਹੀਂ ਸੀ ਹੋਏ ਸੋ ਉਦੋਂ ਸਾਰਿਆਂ ਦੀ ਔਰ ਬਾਕੀ ਫਿਲਮਾਂ 'ਚ ਫਿਰ ਵੀ ਛੋਟਾ ਕਰੂ ਹੁੰਦਾ ਬਟ
ਸਾਡੀ ਪੂਰੀ ਟੀਮ ਇੰਡੀਆ ਤੋਂ ਗਈ ਔਰ ਮਤਲਬ ਕਾਫੀ ਲੋਕਾਂ ਦਾ ਕਰੂ ਸੀ ਕੰਪੇਅਰ ਟੂ ਜਿੰਨਾ ਹੁਣ ਮੈਂ ਦੇਖਦੀ ਹਾਂ। ਸੋ ਇੰਨੇ ਲੋਕਾਂ ਨੂੰ ਹੋਟਲ 'ਚ ਰੱਖਣਾ ਔਰ ਫਿਰ ਵੈਦਰ ਐਂਡ ਐਵਰੀਥਿੰਗ, ਬਟ ਉਹ ਮੈਨੂੰ ਲੱਗਦਾ ਤੁਹਾਨੂੰ ਟ੍ਰੇਲਰ 'ਚ ਵੀ ਦੇਖ ਰਿਹਾ ਦਾ ਪ੍ਰੋਡਕਸ਼ਨ ਵੈਲਿਊ, ਮਤਲਬ ਹਰ ਚੀਜ਼ 'ਤੇ ਇੱਦਾਂ ਲੱਗਦਾ ਹੈ ਕਿ ਤੁਸੀਂ ਸਪੈਂਡ ਕੀਤਾ। ਸੋ ਮੈਂ ਐਕਚੁਅਲੀ ਕਦੇ ਕੈਲਕੂਲੇਟ ਕਰਦਿਆਂ ਨਹੀਂ ਦੇਖਿਆ, ਐਂਡ ਆਈ ਯੂਜ਼ਡ ਟੂ ਥਿੰਕ ਕਿ ਦੇ ਆਰ ਸਪੈਂਡਿੰਗ ਸੋ ਮਚ ਮਨੀ। ਮੇਰੇ ਦਿਮਾਗ 'ਚ ਐਕਚੁਅਲੀ ਇਹ ਚੱਲਦਾ ਹੁੰਦਾ ਸੀ that there's no calculation. ਵਾਓ। ਦਿਲਜੀਤ ਸ਼ਿੰਦਾ ਗਰੇਵਾਲ ਨੂੰ ਹੌਸਲਾ ਬਣਾਉਣ ਦਾ ਆਈਡੀਆ ਕਿਹਦਾ ਸੀ? ਅਸੀਂ ਜਦੋਂ ਇਹ ਸਕ੍ਰਿਪਟ ਫਾਈਨਲ ਹੋਈ ਉਦੋਂ 2-4 ਮੁੰਡਿਆਂ ਲਈ ਅਸੀਂ ਟਰਾਈ ਕੀਤੀ, ਬਟ ਫਿਰ ਹਰ ਇੱਕ ਦੇ ਮਨ 'ਚ ਸੀਗਾ ਕਿ ਸ਼ਿੰਦਾ ਇਹ ਕਰ ਸਕਦਾ। ਫਿਰ ਅਸੀਂ ਦਾ ਪੁੱਛਿਆ ਨਹੀਂ, ਇਸਕਾ ਸ਼ਾਇਦ ਗਿੱਪੀ ਭਾਈ ਅਲਾਓ ਨਹੀਂ ਕਰਨਗੇ, ਤੇ ਫਿਰ ਅਸੀਂ ਪੁੱਛਿਆ ਨਹੀਂ। ਬਟ ਫਿਰ ਇੱਕ ਦਿਨ ਸਾਰਿਆਂ ਨੇ ਕਿਹਾ ਵੀ ਯਾਰ ਚਲੋ ਪੁੱਛ ਲੈਂਦੇ ਹਾਂ, ਹੈ ਨਾ। ਦੈਨ ਭਾਈ ਹੁਣਾਂ ਨੂੰ ਪੁੱਛਿਆ ਔਰ ਉਹਨਾਂ ਨੇ ਹਾਂ ਕੀਤੀ। ਥੈਂਕ ਯੂ ਗਿੱਪੀ ਭਾਈ ਹੁਣਾਂ ਦਾ ਵੀ ਕਿ ਉਹ ਪਹਿਲੇ ਦਿਨ ਸੈੱਟ 'ਤੇ ਵੀ ਆਏ ਸੀ, ਉਹਨਾਂ ਨੇ ਆ ਕੇ ਦੇਖਿਆ ਕਿ ਕਿੱਦਾਂ ਕੰਮ ਕਰ ਰਿਹਾ। ਦੈਨ ਬਲਜੀਤ ਭਾਈ ਹੁਣਾਂ ਨਾਲ ਬਹੁਤ ਕੰਮ ਕੀਤਾ ਹੋਇਆ ਆਲਰੇਡੀ। ਸ਼ਿੰਦੇ ਨੇ ਤਾਂ ਪਹਿਲਾਂ ਵੀ ਕੰਮ ਕੀਤਾ ਸੀ ਅਰਦਾਸ ਦੇ ਵਿੱਚ ਬਲਜੀਤ ਭਾਈ ਹੋਰਾਂ ਨਾਲ। ਸੋ ਇਸ ਕਰਕੇ ਮੈਨੂੰ ਲੱਗਦਾ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਠੀਕ ਬੈਠ ਗਈਆਂ ਔਰ ਸ਼ਿੰਦੇ ਨੇ ਬਹੁਤ ਵਧੀਆ ਰੋਲ ਕੀਤਾ। ਇਹ ਮੈਨੂੰ ਲੱਗਦਾ ਸ਼ਿੰਦੇ ਤੋਂ ਬੈਟਰ ਹੋਰ ਕੋਈ ਨਹੀਂ ਸੀ ਕਰ ਸਕਦਾ। ਉਹਨੇ ਬਹੁਤ ਮਿਹਨਤ ਕੀਤੀ, ਆਪਣੇ ਸਕੂਲ ਵੀ ਕਰਦਾ ਸੀ, ਬਾਸਕਟਬਾਲ ਦੀ ਉਹਦੀ ਗੇਮ ਵੀ ਹੁੰਦੀ ਸੀ, ਅਤੇ ਉਹ ਫਿਲਮ ਵੀ ਸ਼ੂਟ ਕਰਦਾ ਸੀ। ਬਹੁਤ ਹੀ ਹਾਰਡ ਵਰਕਿੰਗ ਬੋਈ ਆ ਉਹ, ਅਤੇ ਉਹਨੇ ਬਹੁਤ ਵਧੀਆ ਕੰਮ ਕੀਤਾ ਫਿਲਮ ਦੇ ਵਿੱਚ। ਔਰ ਅਮਰਜੀਤ ਭਾਜੀ ਉਹਨਾਂ ਨੇ ਬਹੁਤ ਮਿਹਨਤ ਨਾਲ ਉਹਦੇ ਤੋਂ ਕੰਮ ਕਰਵਾਇਆ ਵੀ ਹੈ। ਸੋਨਮ, ਦਿਲਜੀਤ ਨਾਲ ਤੁਸੀਂ ਪਹਿਲਾਂ ਵੀ ਕਿੰਨੀਆਂ ਫਿਲਮਾਂ ਕੀਤੀਆਂ ਹੋਈਆਂ, ਉਦੋਂ ਤੋਂ ਹੁਣ ਤੱਕ ਦਿਲਜੀਤ 'ਚ ਸਭ ਤੋਂ ਵੱਡਾ ਚੇਂਜ ਕੀ ਨੋਟਿਸ ਕੀਤਾ? ਸੀ ਮਿਹਨਤੀ ਤਾਂ ਦਿਲਜੀਤ ਸ਼ੁਰੂ ਤੋਂ ਹੀ ਸੀਗੇ। ਮੈਨੂੰ ਇਹ ਲੱਗਦਾ ਕਿ ਆਪਣੇ ਕੰਮ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ, ਔਰ ਮੇਰੀ ਸ਼ੁਰੂਆਤ ਸੀ ਤਾਂ ਮੇਰੇ ਲਈ ਇੱਕ ਬਹੁਤ ਵਧੀਆ ਚੀਜ਼ ਸੀ ਸਿੱਖਣ ਲਈ ਕਿ ਵੀ ਕੰਮ ਨੂੰ ਲੈ ਕੇ ਬਹੁਤ ਸੀਰੀਅਸ ਆ ਔਰ ਬਹੁਤ ਪੈਸ਼ਨੇਟ ਆ। ਬਟ ਆਈ ਥਿੰਕ ਵਿਦ ਟਾਈਮ ਜੋ ਮੈਂ ਨੋਟਿਸ ਕੀਤਾ ਉਹਨਾਂ ਦੀ ਗਰੋਥ ਐਜ਼ ਅ ਹਿਊਮਨ ਬੀਇੰਗ ਆਈ ਵੁੱਡ ਸੇ। ਸੋ ਉਹ ਮੈਨੂੰ ਦਿਖੀ ਪਰਸਨਲੀ, ਅਤੇ ਆਈ ਥਿੰਕ ਉਹ ਇੱਕ ਐਜ਼ ਐਨ ਆਰਟਿਸਟ ਉਹਨਾਂ ਨੇ ਗਰੋ ਕੀਤਾ, ਬਟ ਐਜ਼ ਅ ਇਨਸਾਨ ਆਈ ਕੈਨ ਸੀ ਹਿਜ਼ ਗਰੋਥ ਵਿਚ ਇਜ਼ ਕਮੈਂਡੇਬਲ। ਤੁਸੀਂ ਤਿੰਨੇ ਫਿਟਨੈਸ ਫਰੀਕ ਹੋ, ਪਰ ਖਾਣ ਪੀਣ ਵਾਲੀ ਕਿਹੜੀ ਚੀਜ਼ ਇੱਦਾਂ ਦੀ ਜਿਹੜੀ ਤੁਹਾਨੂੰ ਦੇਖਣ ਨੂੰ ਡਾਈਟ ਭੁੱਲ ਜਾਂਦੀ ਹੈ? ਇਹ ਸ਼ੀ ਇਜ਼ ਫਿਟਨੈਸ ਫਰੀਕ। ਖਾਂਦੀ ਕੁਛ ਨਹੀਂ। ਸ਼ਨਾਜ਼ ਬਹੁਤ ਘੱਟ ਖਾਂਦੀ ਖਾਂਦੀ ਹੀ ਨਹੀਂ। ਹਾਂ, ਮੈਂ ਬਹੁਤ ਨਹੀਂ ਘੱਟ ਖਾਂਦਾ, ਦੇਖਿਆ ਨੂੰ ਖਾਂਦੀ ਕਦੇ। ਹਵਾ ਹਵਾ ਖਾਂਦੀ ਹੈ ਦਿਨ ਮੈਨੂੰ। ਚ ਸ਼ਨਾਜ਼ ਸਿਰਫ ਪਾਣੀ 2 ਪੂਣੀ ਮੀਲ ਲੈਂਦੀ ਹੈ। ਲੈਂਦੀ ਆ। ਮੈਂ ਪਾਣੀ ਵੀ ਨਹੀਂ ਪੀਤੀ। ਹੈ ਨਾ, ਇਹ ਖਾਂਦੀ ਹੀ ਨਹੀਂ ਕੁੜੀ। ਮੈਂ ਨਹੀਂ ਇਹਨੂੰ ਕਦੇ ਅੱਜ ਤੱਕ ਖਾਂਦੇ ਦੇਖਿਆ। ਅੱਜ ਵੀ ਲੰਚ ਨਹੀਂ ਕੀਤਾ ਇਹਨੇ। ਐਕਚੁਅਲੀ ਮੇਰੀ ਇੱਕ ਪ੍ਰੋਬਲਮ ਆ। ਦੱਸੋ। ਜਦੋਂ ਮੈਂ ਖਾਂਦੀ ਆ ਨਾ, ਮੈਂ ਸਾਰਿਆਂ ਸਾਹਮਣੇ ਖਾ ਨਹੀਂ ਸਕਦੀ, ਕੋਜ਼ ਤੂੰ ਮੈਨੂੰ ਇੱਦਾਂ ਜਦੋਂ ਬੰਦਾ ਖਾਂਦਾ ਐਨੋ ਜਿਹੜੀ ਆਵਾਜ਼ ਹੁੰਦੀ ਆ ਨਾ, ਉਹ ਮੈਨੂੰ ਇਰੀਟੇਟ ਕਰਦੀ ਆ। ਹੈਡਫੋਨ ਲਾ ਲਿਆ ਕਰ। ਨਹੀਂ, ਦੂਜਿਆਂ ਦੀ ਵੀ ਕਰਦੀ ਹੈ? ਦੂਜਿਆਂ ਦੀ ਵੀ ਐਨ ਆਪਣੀ ਵੀ। ਅੱਛਾ, sorry ਫਿਰ ਅੱਜ ਲਈ। ਨਹੀਂ ਤੇ ਇਦਾਂ ਕੁਛ ਨਹੀਂ ਆ, ਬਟ ਇਹ ਮੇਰਾ ਖੁਦ ਦਾ ਲਾਈਕ ਉਹ ਆ ਕਿ ਇਸ ਕਰਕੇ ਤੂੰ ਖਾਂਦੀ ਨਹੀਂ ਹੈ? ਹਾਂ, ਮੈਂ ਕਿਸੇ ਸਾਹਮਣੇ ਥੋੜਾ ਘੱਟ ਖਾਂਦੀ ਉਹਦਾ ਖਾਂਦੀ? ਹਾਂ, ਉਹਦਾ ਕੱਲੀ ਹੁੰਨੀ ਤੇ ਫਿਰ ਤਾਂ ਮੈਂ ਪੂਰਾ ਐ ਖਾਂਦੀ ਆ। ਇਹ ਤਾਂ ਸਵੇਰੇ ਵੀ ਜਿਮ ਲਾਉਂਦੇ, ਉੱਠ ਕੇ ਸ਼ਾਮ ਨੂੰ ਵੀ ਜਿਮ ਲਾਉਂਦੇ, ਦੁਪਹਿਰੇ ਵੀ ਜੇ ਕਿਤੇ ਟਾਈਮ ਮਿਲ ਜਾਵੇ ਉਦੋਂ ਵੀ ਜਾ ਕੇ ਜਿਮ ਇਹ ਲਾਉਂਦੇ। ਸਿਰਫ ਇੱਕ ਇਹ ਧਾਰਨਾ ਬਣ ਗਈ ਮੇਰੇ ਬਾਰੇ, ਬਟ ਇਦਾਂ ਦਾ ਬਿਲਕੁਲ ਵੀ ਨਹੀਂ ਆ, ਔਰ ਨਾ ਇਦਾਂ ਕੁਝ ਵੀ ਨਹੀਂ ਹੈ। ਐਵੇਂ ਮੇਰੇ ਤੋਂ ਜ਼ਿਆਦਾ ਸ਼ਾਇਦ ਲੋਕਾਂ ਨੂੰ ਪਤਾ ਨਹੀਂ ਹੈ, ਦਿਲਜੀਤ ਬਹੁਤ ਡਿਸਪਲਿਨ ਆ। ਸਵੇਰੇ 4 ਵਜੇ ਉੱਠਦੇ ਆ, ਹੈ ਆਪਣਾ ਯੋਗਾ ਕਰਦੇ ਆ, ਯੋਗਾ ਮੈਡੀਟੇਸ਼ਨ ਵਰਕਆਊਟ ਸਭ ਕੁਝ ਕਰਦੇ, ਬਟ ਦਿਖਾਉਂਦੇ ਨਹੀਂ ਹੈ। ਹੀ ਥਿੰਕਸ ਕਿ ਸੀਕ੍ਰੇਟ ਰਹੇ ਔਰ ਕਿਸੇ ਨੂੰ ਪਤਾ ਨਾ ਲੱਗੇ, ਬਟ ਵੀ ਨੋ। ਓ ਮਾਈ ਗੁੱਡਨੈਸ, ਕੁੜੀਆਂ ਤੋਂ ਕੋਈ ਜਿੱਤ ਸਕਦਾ? ਮੈਂ ਹਾਰ ਗਿਆ। ਇਹ ਤਾਂ ਸ਼ਾਰਟ ਤੋਂ ਬਾਅਦ ਵੀ ਯੋਗਾ ਹੀ ਕਰਦੇ ਨੇ, ਅੱਖਾਂ ਬੰਦ ਕਰ ਲੈਂਦੇ ਨੇ। ਸੌਰੀ। ਨਹੀਂ, ਇਟਸ ਓਕੇ। ਸ਼ਨਾਜ਼, ਤੁਸੀਂ ਰੀਅਲ ਲਾਈਫ 'ਚ ਬਹੁਤ ਸ਼ਰਾਰਤੀ ਸੁਭਾਅ ਦੇ ਆ, ਤੇ ਸੈੱਟ ਤੇ ਹੋਰ ਕਿਹੜਾ ਇਦਾਂ ਦਾ ਸ਼ਖਸ ਸੀ ਜਿਹੜਾ ਤੁਹਾਡਾ ਫਨ ਪਾਰਟਨਰ ਸੀ? ਦਿਲਜੀਤ ਥਿੰਡ। ਪ੍ਰੋਡਿਊਸਰ ਨੇ ਦਿਲਜੀਤ ਥਿੰਡ, ਉਹਨਾਂ ਨੇ ਮੈਨੂੰ ਲਾਈਕ ਬਹੁਤ ਉਹ ਕਰਕੇ ਰੱਖਿਆ, ਪ੍ਰੋਟੈਕਟ ਕੀਤਾ। ਐਂਡ ਜਦੋਂ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਕਿਤੇ ਗਲਤ ਜਾ ਰਹੀ ਹਾਂ, ਕਿ ਕਿਹੜੇ ਬੰਦੇ ਨਾਲ ਗੱਲ, ਕਿਉਂਕਿ ਮੇਰੀ ਨੇਚਰ ਆ, ਮੈਂ ਸਾਰਿਆਂ ਨੂੰ ਇਕੁਅਲੀ ਸਮਝਦੀ ਹਾਂ ਕਿ ਆ ਵੀ ਇੰਨਾ ਵੀ ਗੱਲ ਕਰ ਲਾਂ, ਇੰਨਾ ਵੀ, ਕਿਉਂਕਿ ਮੇਰਾ ਇੱਦਾਂ ਦਾ ਨੇਚਰ ਆ। ਮੈਂ ਕਿਸੇ ਨੂੰ ਦੇਖਦੀ ਨਹੀਂ ਆ, ਮੈਂ ਜੱਜ ਨਹੀਂ ਕਰਦੀ ਐਂਡ ਐਨਾਲਾਈਜ਼ ਨਹੀਂ ਕਰ ਪਾਉਂਦੀ ਹਾਂ, ਬਟ ਗੱਲ ਸਾਰਿਆਂ ਨਾਲ ਕਰ ਲੈਂਦੀ ਹਾਂ। ਅਤੇ ਉਹ ਮੈਨੂੰ ਸਮਝਾਉਂਦੇ ਸਨ ਇਹਨਾਂ ਨਾਲ ਇੱਦਾਂ, ਇਹਨਾਂ ਨਾਲ ਇੱਦਾਂ, ਅਤੇ ਉਹ ਮੈਨੂੰ ਉਹ ਚੀਜ਼ ਬਹੁਤ ਵਧੀਆ ਲੱਗਦੀ ਸੀ ਕਿ ਉਹ ਮੈਨੂੰ ਗਾਈਡ ਕਰਦੇ ਸੀ। ਐਂਡ ਉਹ
ਪਤਾ ਲੱਗਦਾ ਸੀ ਕਿ ਹਾਂ ਸੱਚੀ ਗੱਲ ਸੱਚੀ ਸੀਗੀ। ਦਿਲਜੀਤ, ਸ਼ਿੰਦਾ ਗਰੇਵਾਲ ਵੀ ਤੁਹਾਡੇ ਵਾਂਗ ਫੁੱਲ એનર્ਜੀ ਰੱਖਦਾ ਆ, ਖਾਣ ਪੂਰੀ। ਪੀਣ ਦਾ ਸ਼ੌਕੀਨ ਆ, ਸੋਸ਼ਲ ਮੀਡੀਆ ਦੇ ਰੀਲਸ 'ਚ ਵੀ ਐਕਟਿਵ ਰਹਿੰਦਾ ਆ। ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਇੰਡਸਟਰੀ ਨੂੰ ਇੱਕ ਨਿਊ ਦਿਲਜੀਤ ਮਿਲਣਾ। 100% ਨਹੀਂ, ਨਿਊ ਦਿਲਜੀਤ ਕਿਉਂ, ਨਿਊ ਸ਼ਿੰਦਾ। ਕੋਈ ਵੀ ਚੀਜ਼ ਜਿਹੜੀ ਆ ਉਹ ਇੱਦਾਂ ਨਹੀਂ ਕਹਿਣਾ ਚਾਹੀਦਾ ਕਿ ਨਿਊ ਦਿਲਜੀਤ ਜਾਂ ਨਿਊ ਕੋਈ ਵੀ ਚੀਜ਼ ਇੱਦਾਂ ਨਹੀਂ ਕਹਿਣੀ ਚਾਹੀਦੀ। ਸ਼ਿੰਦਾ ਸ਼ਿੰਦਾ ਆ, ਉਹ ਆਉਣ ਵਾਲਾ ਟਾਈਮ ਸਾਰਾ ਉਹਦਾ ਹੀ ਹੈ। ਸੋ ਆਲਰੇਡੀ ਬਹੁਤ ਪ੍ਰਿਪੇਅਰ ਆ। ਜਦੋਂ ਅਸੀਂ ਮੈਨੂੰ ਲੱਗਦਾ ਅਸੀਂ ਉਹਦੀ ਉਮਰ ਦੇ ਸੀਗੇ ਤਾਂ ਨਲੀ ਪੁੰਝਣੀ ਨਹੀਂ ਸੀ ਉਹਦੀ, ਹੈ ਨਾ। ਸੋ ਉਹ ਤਾਂ ਕਿੰਨਾ ਐਕਟਿਵ ਆ। ਸੋ ਔਰ ਇੰਨਾ yeah. ਕੌਨਫੀਡੈਂਸ ਆ ਉਹਦੇ Yeah, ਚ। yeah, 100%. ਉਹਨੂੰ ਜਿੱਦਾਂ ਅਮਰ ਨੇ ਕੁਝ ਵੀ ਸਮਝਾਣਾ ਇਦਾਂ ਉਹਨੇ ਕਰ ਦੇਣਾ ਐਂਡ ਹੀ ਯੂਜ਼ਡ ਟੂ ਡੂ ਤੁਸੀਂ ਦੇਖੋਗੇ ਛੋਟੇ ਛੋਟੇ ਨੁਆਂਸਸ ਉਹਨੇ ਜਿਹੜੇ ਕੀਤੇ ਆ Yeah. ਬਹੁਤ ਕਮਾਲ ਦੇ ਆ। ਸੋ ਆਲਰੇਡੀ ਬਲੈਸਡ ਚਾਈਲਡ। ਤੁਸੀਂ ਦੋਨਾਂ ਨੇ ਗਿੱਪੀ ਗਰੇਵਾਲ ਨਾਲ ਵੀ ਕੰਮ ਕੀਤਾ ਆ ਤੇ ਸ਼ਿੰਦਾ ਗਰੇਵਾਲ ਨਾਲ ਵੀ। ਤੁਹਾਨੂੰ ਇਹਨਾਂ ਦੋਵਾਂ ਦੇ ਵਿੱਚ ਕਿਹੜੀ ਇਦਾਂ ਦੀ ਕੁਆਲਿਟੀ ਨਜ਼ਰ ਆਈ ਜਿਹੜੀ ਦੋਨਾਂ ਦੇ ਵਿੱਚ? ਕੰਮ ਬਹੁਤ ਫਾਸਟ ਕਰਦੇ ਆਈ ਥਿੰਕ। ਗਿੱਪੀ ਦੇ ਨਾਲ ਜਦੋਂ ਮੈਂ ਕੰਮ ਕੀਤਾ ਮੈਨੂੰ ਲੱਗਦਾ ਹੀ ਇਜ਼ ਵੈਰੀ ਫਾਸਟ। ਤੇ ਸ਼ਿੰਦਾ ਵੀ ਬਹੁਤ, ਸੋ ਮੈਨੂੰ ਲੱਗਦਾ ਉਹ ਸ਼ਿੰਦੇ ਚ ਵੀ ਆ, ਹੀ ਦੇ ਆਰ ਵੈਰੀ ਫਾਸਟ ਇਨ ਟਰਮਸ ਆਫ ਡਿਲੀਵਰਿੰਗ देयर ਵਰਕ। ਗਿੱਪੀ ਭਾਈ ਬਹੁਤ ਉਹਨਾਂ 'ਚ ਨੋ ਡਾਊਟ ਬਹੁਤ ਸਾਰੀਆਂ ਕੁਆਲਿਟੀਜ਼ ਨੇ, ਬਟ ਮੈਨੂੰ ਲੱਗਦਾ ਸ਼ਿੰਦੇ 'ਚ ਗਿੱਪੀ ਭਾਈ ਨਾਲੋਂ ਜ਼ਿਆਦਾ ਹੋਰ ਵੀ ਜ਼ਿਆਦਾ ਕੁਆਲਿਟੀਜ਼ ਨੇ। ਇਹ ਬਹੁਤ ਫਖਰ ਤੇ ਮਾਣ ਵਾਲੀ ਗੱਲ ਹੁੰਦੀ ਹੈ ਕਿਸੇ ਫਾਦਰ ਦੇ ਲਈ ਕਿ ਜਿਹੜਾ ਉਹਦਾ ਸਨ ਆ ਉਹਦੇ ਨਾਲੋਂ ਵੀ ਜ਼ਿਆਦਾ ਕੁਆਲਿਟੀਜ਼ ਹੋਣ। ਐਂਡ ਇਹ ਫਾਦਰ ਲਈ ਲੱਕੀ ਗੱਲ ਹੁੰਦੀ ਹੈ। ਸੋ ਮੈਨੂੰ ਲੱਗਦਾ ਗਿੱਪੀ ਭਾਈ ਵੀ ਇਸ ਗੱਲ ਲਈ ਬਹੁਤ ਫਖਰ ਤੇ ਮਾਣ ਮਹਿਸੂਸ ਕਰਨਗੇ ਕਿ ਸ਼ਿੰਦਾ ਗਿੱਪੀ ਨਾਲੋਂ 2 ਰਤੀ ਉੱਤੇ ਦੀ ਹੋਈ ਹੈ। ਦਿਲਜੀਤ, ਤੁਸੀਂ ਟ੍ਰੇਲਰ ਦੇ ਆਖਿਰ ਦੇ ਵਿੱਚ ਸ਼ਿੰਦੇ ਨੂੰ ਕਹਿੰਦੇ ਆ ਕਿ ਪਾਸਤਾ ਵਾਲੇ ਪਰੌਂਠੇ ਆਉਣਗੇ। ਬਾਈ ਐਨੀ ਚਾਂਸ ਤੁਹਾਡੇ ਸ਼ੈਫ ਸਟਾਈਲ ਦੇ ਵਿੱਚ ਇਦਾਂ ਦੀ ਕੋਈ ਡਿਸ਼ ਜਿਹੜੀ ਤੁਸੀਂ ਬਣਾਈ ਆ ਜਿਹੜੀ ਸਭ ਤੋਂ ਹਟ ਕੇ? Bro, this is my new real idea. Thank you so much ਜਿਨ੍ਹਾਂ ਨੇ ਵੀ ਕੁਐਸਚਨ ਲਿਖਿਆ। ਹੁਣ ਮੈਂ ਪਾਸਤੇ ਵਾਲੇ ਪਰੌਂਠੇ ਬਣਾਉਂਗਾ ਤੇ ਆਪਣੀ ਫਿਲਮ ਨੂੰ ਪ੍ਰਮੋਟ ਕਰੂੰਗਾ। ਥੈਂਕ ਯੂ। ਕੋਈ ਵੀ ਇਦਾਂ ਦੇ ਆਈਡੀਆ ਥਰੋ ਮੈਨੂੰ ਸਿੱਟੋ ਮੇਰੇ ਤੇ ਆਈਡੀਆ ਇਦਾਂ ਦੇ, ਮੈਂ ਬਣਾਵਾਂ ਉਹਨਾਂ ਨੂੰ। ਥੈਂਕ ਯੂ। ਜ਼ਰੂਰ ਬਣਾਉਂਗਾ ਮੈਂ ਪਾਸਤੇ ਵਾਲੇ ਪਰੌਂਠੇ। ਛੋਟੇ ਬੇਬੀ ਨੂੰ ਸਾਹਮਣਾ ਜ਼ਿਆਦਾ ਔਖਾ ਹੈ ਵੱਡੇ ਬੇਬੀ ਲਾਈਕ ਗਰਲਫ੍ਰੈਂਡ ਨੂੰ? ਸੇਮ ਹੀ ਹੈ ਮੈਨੂੰ ਲੱਗਦਾ ਕੰਮ। ਸੋ ਬੱਚੇ ਬਣ ਕੇ ਸੱਚੇ, ਔਰ ਗਰਲਫ੍ਰੈਂਡਸ ਨੂੰ ਮੈਂ ਬਹੁਤਾ ਸਾਂਭਿਆ ਨਹੀਂ ਕਦੇ। ਸੋ ਮੈਨੂੰ ਪਤਾ ਨਹੀਂ, ਮੈਂ ਕਦੇ ਸਾਂਭਿਆ ਨਹੀਂ ਕਿਸੇ ਗਰਲਫ੍ਰੈਂਡ ਨੂੰ। ਸੋ ਮੈਨੂੰ ਪਤਾ ਨਹੀਂ। ਸੋ ਬੱਚਿਆਂ ਨੂੰ ਮੈਂ ਫਿਲਮ 'ਚ ਸਾਂਭਿਆ। ਵੈਰੀ ਟਫ। ਅਮਰਜੀਤ ਭਾਜੀ ਹੋਣੀ ਤੇ ਬਲਜੀਤ ਭਾਈ ਉਹਨਾਂ ਨੇ ਪਤਾ ਨਹੀਂ ਕਿੱਦਾਂ ਸ਼ੂਟ ਕੀਤਾ, ਇੰਨਾ ਪੇਸ਼ੈਂਸ ਰੱਖ ਕੇ। ਈਵਨ ਸਿੰਗਲ ਸ਼ਾਟ ਛੋਟੇ ਬੱਚੇ ਤੋਂ ਤੁਸੀਂ ਐਕਟ ਕਰਵਾਉਣਾ ਬਹੁਤ ਮੁਸ਼ਕਿਲ ਹੁੰਦਾ, ਬਟ ਉਹਨਾਂ ਦੇ ਪੇਰੈਂਟਸ ਵੀ ਸੈੱਟ ਤੇ ਸੀ। ਕਈ ਵਾਰੀ ਬੱਚਾ ਰੋਣ ਲੱਗ ਪੈਂਦਾ, ਦੈਨ ਨੀਂਦ ਆ ਜਾਂਦੀ ਆ। ਦੈਨ ਮਾਂ ਤਾਂ ਮਾਂ ਆ, ਉਹ ਬੱਚਾ ਰੋਂਦਾ ਦੇਖ ਕੇ ਚਾਹੇ ਤੁਹਾਡਾ ਸ਼ਾਟ ਜੋ ਮਰਜ਼ੀ ਹੈ ਓਬਵੀਅਸਲੀ ਹੈ ਨਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਹੁਤ ਟਫ ਸੀਗੀਆਂ, ਬਟ ਲੱਕੀਲੀ ਟੀਮ ਬਹੁਤ ਵਧੀਆ ਸੀ ਤੇ ਵਾਈਬ ਬਹੁਤ ਵਧੀਆ ਸੀ, ਇਸ ਕਰਕੇ ਸਾਰਾ ਕੁਝ ਸ਼ੂਟ ਹੋ ਗਿਆ। ਦੈਨ ਜੇ ਕੋਈ ਬੱਚਾ ਰੋਂਦਾ ਸੀ ਤਾਂ ਸ਼ਹਿਨਾਜ਼ ਸੀ ਸਾਡੇ ਕੋਲ ਉਹਨੂੰ ਚੁੱਪ ਕਰਾਉਣ ਦੇ ਲਈ। ਜੇ ਹੁੰਦਾ ਨਹੀਂ ਸੀ ਉਹਦੇ ਤੋਂ 2 ਮਿੰਟ 'ਚ ਚੁੱਪ ਕਰਾ ਦਿੰਦੀ ਹੈ ਬੱਚੇ ਨੂੰ। ਹੋਰ ਇਹ ਤਾਂ ਬੈਟ ਲਾ ਕੇ ਵੀ ਕੋਈ ਬੱਚਾ ਰੋ ਰਿਹਾ, ਬੈਟ ਲਾਓ, ਪੈਸੇ ਦਿਓ, ਹੁਣੇ ਰਾਈਟ ਨਾਓ ਚੁੱਪ ਹੋਏਗਾ। ਦੈਟਸ ਟੈਲੈਂਟ ਹੈ। ਯੈਸ ਰਾਈਟ, ਮਤਲਬ ਇਦਾਂ ਕੱਢ ਕਿੰਨੇ ਪੈਸੇ ਦੀ ਲਾਉਣਾ। ਤੁਹਾਨੂੰ ਪਤਾ ਤੁਸੀਂ ਪਿਛਲੀ ਇੰਟਰਵਿਊ 'ਚ ਕੁਝ ਹੋਰ ਕਿਹਾ ਵਾ ਤੇ ਇੱਥੇ ਤੁਹਾਡੇ ਬਿਆਨ ਕੁਝ ਹੋਰ ਨੇ। ਨਹੀਂ ਪਰ ਕਿਹਾ ਤਾਂ ਤੂੰ ਇੱਦਾਂ ਸੀਗਾ, ਤੇਰੇ ਬਾਰੇ ਤਾਂ ਮੈਂ ਸੱਚ ਕਿਹਾ। ਹੁਣ ਸਰਕਾਜ਼ਮ 'ਚ ਕਰ ਰਹੇ ਹੋ ਗੱਲ? ਆਬਵੀਅਸਲੀ। ਅੱਛਾ, ਇਹਦਾ ਪੁੱਠਾ ਹੈ ਬੇਸਿਕਲੀ। ਨਹੀਂ ਇਹ ਐਕਚੁਅਲੀ ਨਹੀਂ ਕਹਿੰਦੀ ਆ ਵੀ ਮੈਂ ਚੁੱਪ ਕਰਾ ਦੂੰਗੀ, ਪਰ ਰੋਣ ਲੱਗ ਪੈਂਦਾ। ਨਹੀਂ ਮੈਂ ਚੁੱਪ ਹੋਇਆ ਨਹੀਂ। ਮੈਂ ਨਾ ਇੱਕ ਵਾਰੀ ਹੋਇਆ ਇਦਾਂ, ਇਹ ਕਹਿੰਦੀ ਸੀ ਮੈਂ ਚੁੱਪ ਕਰਾ ਦੂੰ, ਇਦਾਂ ਨਿਆਣਾ ਨਹੀਂ ਹੋਇਆ। ਹੋਇਆ। ਇੰਡਸਟਰੀ 'ਚ ਆਏ ਨਵੇਂ ਟੈਲੈਂਟਸ ਨੂੰ ਹੌਸਲਾ ਦੇਣ ਲਈ ਇੱਕ ਖਾਸ ਮੈਸੇਜ ਤੁਹਾਡੇ ਤਿੰਨਾਂ ਵੱਲੋਂ? ਹਾਰਡ ਵਰਕ, ਦੇਰ ਇਜ਼ ਨੋ ਸਬਸਟੀਟਿਊਟ ਫॉर ਹਾਰਡ ਵਰਕ। ਤੇ ਬਸ ਤੁਸੀਂ ਮਿਹਨਤ ਕਰਨੀ ਆ। ਮੈਂ ਇਹ ਬੋਲੂੰਗੀ ਕਿ ਜਿਹੜਾ ਟੈਲੈਂਟ ਹੁੰਦਾ ਨਾ ਉਹਨੂੰ ਇਹ ਨਹੀਂ ਜਦੋਂ ਉਹ ਵੱਡਾ ਹੋ ਗਿਆ ਉਦੋਂ ਪਹਿਚਾਨੋ, ਉਹਨੂੰ ਪਹਿਲਾਂ ਹੀ ਪਹਿਚਾਨ ਲਓ ਕਿ ਇਹਦੇ 'ਚ ਟੈਲੈਂਟ ਹੈਗਾ। ਇਹ ਨਹੀਂ ਕਿ ਉਹ ਸਟਰਗਲ ਕਰ ਰਿਹਾ ਉਹਨੂੰ ਆਪਾਂ ਹੱਲੇ ਨਹੀਂ, ਉਹਨੂੰ ਉਦੋਂ ਹੀ ਪਹਿਚਾਨ ਲਓ ਜਦੋਂ ਸਟਰਗਲ ਕਰ ਰਿਹਾ ਕਿ ਹਾਂ ਬੰਦਾ ਇਹ ਕੁਛ ਕਰ ਸਕਦਾ ਜਾਂ ਬੰਦੀ ਇਹ ਕੁਛ ਕਰ ਸਕਦੀ ਆ। ਸੋ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ। ਬਹੁਤ ਲੋਕ ਨੇ ਆਈ ਥਿੰਕ ਸਾਨੂੰ ਵੀ ਛੱਡ ਕੇ ਬਹੁਤ ਜ਼ਿਆਦਾ ਟੈਲੈਂਟ ਭਰਿਆ ਪਿਆ ਪੰਜਾਬ 'ਚ, ਕਿਤੇ ਵੀ ਕਹੀਏ ਆਪਾਂ ਹੈ ਨਾ। ਅਤੇ ਆਪਾਂ ਨੂੰ ਪਹਿਚਾਨਣਾ ਚਾਹੀਦਾ ਹੈ ਨਾ, ਆਡੀਸ਼ਨਸ ਲੈਣੇ ਚਾਹੀਦੇ ਆ ਬਾਕੀਆਂ ਦੇ ਵੀ, ਨਵੇਂ ਟੈਲੈਂਟ ਦੇ ਵੀ, ਕਿ ਉਹਨਾਂ ਨੂੰ ਵੀ ਸਾਰਿਆਂ ਨੂੰ ਕੰਮ ਕਰਨ ਦਾ ਮੌਕਾ ਮਿਲੇ ਇੰਡਸਟਰੀ 'ਚ। ਦੈਟਸ ਇਟ। ਬਿਲਕੁਲ। ਨਵਾਂ ਟੈਲੈਂਟ ਤਾਂ ਮੈਨੂੰ ਇੱਦਾਂ ਲੱਗਦਾ ਨਹੀਂ ਕਿ
ਉਹ ਨਵੇਂ ਨੇ ਉਹ ਮੈਨੂੰ ਲੱਗਦਾ ਅੱਜ ਦਾ ਯੂਥ ਜਿਹੜਾ ਹੁਣ ਆ ਰਿਹਾ ਉਹ ਸਾਡੇ ਨਾਲੋਂ ਤਾਂ ਬਹੁਤ, ਮੇਰੇ ਨਾਲ, ਮੈਂ ਕਮ ਸੇ ਕਮ ਪਰਸਨਲੀ ਗੱਲ ਕਰਾਂ ਤਾਂ ਮੇਰੇ ਨਾਲੋਂ ਬਹੁਤ ਬੈਟਰ ਆ। ਮੈਂ ਤਾਂ ਬਹੁਤ ਹੀ ਜ਼ਿਆਦਾ ਬਚਕਾਨਾ ਸੀ ਜਦੋਂ ਇਹ ਸਟਾਰਟ ਕੀਤਾ, ਕੁਛ ਜੀ ਪਤਾ ਹੀ ਨਹੀਂ ਸੀ। ਬਟ ਹੁਣ ਜਿਹੜੇ ਨਵੇਂ ਮੁੰਡੇ ਕੁੜੀਆਂ ਆ ਰਹੇ ਉਹ ਬਹੁਤ ਪ੍ਰੀਪੇਅਰਡ, ਆਪਣੀ ਲੁੱਕ ਨੂੰ ਲੈ ਕੇ, ਆਪਣੇ ਕੰਮ ਨੂੰ ਲੈ ਕੇ, ਉਹਨਾਂ ਨੂੰ ਹਰ ਚੀਜ਼ ਦਾ ਪਤਾ। ਈਵਨ ਜਿਹੜੀ ਉਹਨਾਂ ਦਾ ਜੌਬ ਨਹੀਂ ਹੈ ਉਹ ਉਸ ਚੀਜ਼ ਦੀ ਵੀ ਨੌਲੇਜ ਲੈ ਕੇ ਆ ਰਹੇ ਆ। ਸੋ ਨਵਿਆਂ ਤੋਂ ਤਾਂ ਸਿੱਖਣ ਨੂੰ ਮਿਲਦਾ, ਨਵਿਆਂ ਤੋਂ ਐਨਰਜੀ ਮਿਲਦੀ ਹੈ। ਸੋ ਨਵਿਆਂ ਨੂੰ ਤਾਂ ਸਲਾਮ ਹੈ। Diljit, you have shown many variation in your movies. ਤੁਸੀਂ ਸੂਰਮਾ ਇੰਨੀ ਡਿਫਰੈਂਟ ਮੂਵੀ ਕੀਤੀ, ਪੰਜਾਬ 1984 was also very different. ਕੁਝ ਵੀ ਇਹੋ ਜਿਹਾ ਰਹਿ ਗਿਆ ਹੋਵੇ ਜਿਹੜਾ ਹੁਣ ਤੱਕ ਤੁਹਾਡੇ ਮਾਈਂਡ ਦੇ ਵਿੱਚ ਆ ਤੇ ਤੁਸੀਂ ਸੋਚ ਕੇ ਰੱਖਿਆ ਹੈ ਕਿ ਹੌਸਲਾ ਰੱਖ ਦਿਲਜੀਤ, ਇੱਕ ਦਿਨ ਇਹ ਵੀ ਹੋਵੇਗਾ? नहीं, पहला मैं बहुत सोचता सी, पहले मैं बहुत सोचता था, फिर फ्रॉम लास्ट ईयर मैंने सोचना बंद कर दिया। अब मैं कुछ भी नहीं सोचता हूँ, मैं जो करता हूँ बस उसको इंजॉय कर रहा हूँ। मैं ਹੁਣ ਕੁਛ ਨਹੀਂ ਸੋਚਦਾ, ਜੋ ਹੋਣਾ ਹੋ ਹੀ ਜਾਵੇ। ਥੈਂਕ ਯੂ ਵਿਜ਼ਨ ਪੰਜਾਬ ਟੀਵੀ ਕੈਨੇਡਾ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਤੁਹਾਡੇ ਦਰਸ਼ਕਾਂ ਨਾਲ ਗੱਲਾਂ ਬਾਤਾਂ ਕਰਕੇ। ਤੁਹਾਡੇ ਦਰਸ਼ਕਾਂ ਦਾ ਧੰਨਵਾਦ। ਦੇਖ ਕੇ ਆਓ 15 ਅਕਤੂਬਰ ਨੂੰ ਹੌਸਲਾ ਰੱਖ, ਤੇ ਸਾਨੂੰ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ।